हाँ जी स्टूडेंट्स वेलकम करते हैं ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਮੈਂ ਜਿਹੜੇ ਕਿ ਸੈਂਟਰ ਆਈਡੀਏ ਵੈਸੇ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਆਲਰੇਡੀ ਸਾਰੇ ਵੀਡੀਓਜ਼ ਸਾਰੇ ਟੌਪਿਕਸ ਜਿਹੜੇ ਕਿ ਕਰਵਾਏ ਹੋਏ ਨੇ ਆਪਣੇ, ਬਟ ਆਪਾਂ ਸੈਕਿੰਡ ਟਾਈਮ ਜਿਹੜੇ ਕਿ ਰਿਵੀਜ਼ਨ ਦੇ ਲਈ ਆਪਾਂ ਹੁਣ ਕਰ ਰਹੇ ਹਾਂ। ਸੋ ਪੋਇਟਰੀ ਸੈਕਸ਼ਨ ਦੇ ਵਿੱਚ ਤੁਹਾਨੂੰ ਜਿਹੜੇ ਸੈਂਟਰ ਆਈਡੀਆ 2 ਆਉਣਗੇ, ਜਿਨ੍ਹਾਂ ਦੇ ਵਿੱਚੋਂ ਯੂ ਕੈਨ ਅਟੈਂਪਟ ਐਨੀ ਵਨ, ਤੁਸੀਂ ਕੋਈ ਇੱਕ ਕਰਨਾ ਹੋਊਗਾ ਤੇ ਇਹ 3 ਮਾਰਕਸ ਦਾ ਤੁਹਾਡਾ ਸੈਂਟਰ ਆਈਡੀਆ ਹੋਊਗਾ। ਤੇ ਇਹਨਾਂ ਦੇ ਵਿੱਚ ਸੈਂਟਰ ਆਈਡੀਏ ਜਿਵੇਂ ਹੁਣ ਤੁਹਾਡੇ ਸਿਲੇਬਸ ਦੇ ਵਿੱਚ ਹੈਗੇ ਨੇ 7 ਦੇ ਵਿੱਚੋਂ ਤੁਸੀਂ ਜਾਂ ਤਾਂ ਫਸਟ 5 ਕਰ ਲਓ, ਠੀਕ ਹੈ, ਜਾਂ ਲਾਸਟ 5 ਕਰ ਸਕਦੇ ਹੋ ਜਿਹੜੇ ਤੁਹਾਨੂੰ ਸੌਖੇ ਲੱਗਦੇ ਨੇ। ਜੇ ਤੁਹਾਨੂੰ ਪਹਿਲੇ 5 ਸੌਖੇ ਲੱਗਦੇ ਨੇ ਪਹਿਲੇ 5 ਕਰ ਲਓ, ਜੇ ਤੁਹਾਨੂੰ ਪਿਛਲੇ 5 ਸੌਖੇ ਲੱਗਦੇ ਨੇ ਪਿਛਲੇ 5 ਕਰ ਲਓ, ਠੀਕ ਹੈ। ਤੇ ਇਹ ਸੈਂਟਰ ਆਈਡੀਆ ਦੇ ਵਿੱਚ ਜਿਵੇਂ ਹਰ ਇੱਕ ਸੈਂਟਰ ਆਈਡੀਆ ਦੇ ਵਿੱਚ ਪਹਿਲੀ ਲਾਈਨ ਇਹੀ ਤੁਸੀਂ ਲਿਖ ਸਕਦੇ ਹੋ, ਦਿਸ ਇਜ਼ ਅ ਬਿਊਟੀਫੁਲ ਪੋਇਮ, ਠੀਕ ਹੈ। ਪੋਇਮ ਦਾ ਨੇਮ, ਇਟ ਇਜ਼ ਰਿਟਨ ਬਾਈ ਰਾਈਟਰ ਦਾ ਨੇਮ, ਇਟ ਗਿਵਜ਼ ਅਸ ਅ ਵੈਰੀ ਗੁੱਡ ਮੈਸੇਜ, ਠੀਕ ਹੈ, ਜਾਂ ਇਟ ਗਿਵ ਅਸ ਅ ਬਿਊਟੀਫੁਲ ਮੈਸੇਜ। ਇਹ ਲਾਈਨਾਂ ਤੁਸੀਂ ਹਰ ਇੱਕ ਸੈਂਟਰ ਆਈਡੀਆ ਦੇ ਵਿੱਚ ਇਹ ਤਿੰਨੋਂ ਲਾਈਨਾਂ ਐਡ ਕਰ ਸਕਦੇ ਹੋ ਹਰ ਇੱਕ ਸੈਂਟਰ ਆਈਡੀਆ ਦੇ ਵਿੱਚ। ਤੇ ਪੋਇਟਰੀ ਸੈਕਸ਼ਨ ਦੇ ਵਿੱਚੋਂ ਜਿਹੜੇ ਤੁਹਾਨੂੰ ਜਿਹੜੇ ਕਿ ਸਟੈਂਜਾ ਆਊਗਾ, ਸਟੈਂਜਾ ਉਹ ਵੀ ਹਰ ਪੋਇਮ ਦੇ ਜਿਹੜੇ ਕਿ ਇੰਪੋਰਟੈਂਟ ਸਟੈਂਜਾ ਵੈਰੀ ਇੰਪੋਰਟੈਂਟ ਵੀ, ਉਹ ਵੀ ਸਾਰਾ ਕੁਝ ਦੱਸ ਕੇ ਕਰਵਾਇਆ ਹੋਇਆ। ਉਹਨਾਂ ਦਾ ਲਿੰਕ ਮੈਂ ਕਮੈਂਟ ਬਾਕਸ ਦੇ ਵਿੱਚ ਪਿਨ ਕਰ ਦੂੰਗੀ, ਤੁਸੀਂ ਉੱਥੋਂ ਜਿਹੜੇ ਕਿ ਵਾਚ ਕਰ ਸਕਦੇ ਹੋ, ਉਹਨੂੰ ਜ਼ਰੂਰ ਵਾਚ ਕਰੋ। ਉਹਦੇ ਵਿੱਚ ਇੰਪੋਰਟੈਂਟ ਹੀ ਸਟੈਂਜੇ ਕਰਵਾਏ ਹੋਏ ਨੇ। ਤੇ ਪੋਇਮਾਂ ਦੀ ਪਹਿਚਾਣ ਵੀ ਦੱਸੀ ਹੋਈ ਹੈ ਵੀ ਜੇ ਇਸ ਹਰ ਇੱਕ ਪੋਇਮ ਦੇ ਕੀਵਰਡਸ ਵੀ, ਜੇ ਇਸ ਪੋਇਮ ਦਾ ਤੁਸੀਂ ਕਿਵੇਂ ਲਾਈਨ ਨਾਲ ਪਹਿਚਾਣੋਗੇ ਕਿ ਵੀ ਕਿਸ ਪੋਇਮ ਦੇ ਵਿੱਚੋਂ ਆਇਆ ਸਟੈਂਜਾ, ਕਿਉਂਕਿ ਫਸਟ ਕੁਐਸਚਨ ਇਹੀ ਆਉਂਦਾ ਹੁੰਦਾ ਕਿ ਆਇਡੈਂਟੀਫਾਈ ਕਰਨਾ ਹੁੰਦਾ ਕਿ ਇਹ ਸਟੈਂਜਾ ਕਿਸ ਪੋਇਮ ਦੇ ਵਿੱਚੋਂ, ਤੇ ਪੋਇਮ ਦਾ ਨੇਮ ਲਿਖਣਾ ਹੁੰਦਾ ਤੇ ਰਾਈਟਰ ਨੇਮ ਲਿਖਣਾ ਹੁੰਦਾ। ਤੇ ਇਹ ਵਾਲੇ ਜਿਹੜੇ ਸੈਂਟਰ ਆਈਡੀਆ ਨੇ ਬਹੁਤ ਹੀ ਈਜ਼ੀ ਵਰਡਿੰਗ ਦੇ ਵਿੱਚ ਨੇ, ਤੁਹਾਨੂੰ ਮਿੰਟਾਂ ਦੇ ਵਿੱਚ ਯਾਦ ਹੋ ਜਾਣਗੇ, ਚੰਗੇ ਤਰੀਕੇ ਨਾਲ ਤੁਸੀਂ ਰੀਡ ਕਰਨੇ ਨੇ। ਤੇ ਇਹਨਾਂ ਦੇ ਵਿੱਚੋਂ ਤੁਸੀਂ ਲਾਈਨਾਂ ਅਗਰ ਤੁਹਾਨੂੰ ਕੁਛ ਐਕਸਟਰਾ ਲੱਗਦੇ ਨੇ ਤੁਸੀਂ ਕੱਟ ਵੀ ਸਕਦੇ ਹੋ। ਦਿਸ ਇਜ਼ ਅ ਬਿਊਟੀਫੁਲ ਪੋਇਮ ਦਾ ਨੇਮ, ਰਿਟਨ ਬਾਏ, ਜਾਂ ਇਟ ਇਜ਼ ਰਿਟਨ ਬਾਏ। ਤੇ ਪ੍ਰੇਅਰ ਆਫ ਦਾ ਵੁੱਡਸ ਜਿਹੜੇ ਕਿ ਇਸ ਦਾ ਰਾਈਟਰ ਹੈ ਅਨੋਨੀਅਮਸ ਆ, ਮੀਨਸ ਇਸ ਦਾ ਰਾਈਟਰ ਅਨਨੋਨ ਪੋਇਟ ਹੈ, ਜਿਸ ਦਾ ਜਿਹੜੀ ਕਿ ਇਹ ਇੰਟਰਨੈਟ ਤੋਂ ਲਈ ਗਈ ਪੋਇਮ ਹੈ। ਇਟ ਗਿਵਜ਼ ਅਸ ਅ ਵੈਰੀ ਗੁੱਡ ਮੈਸੇਜ, ਸਾਨੂੰ ਇੱਕ ਚੰਗਾ ਸੰਦੇਸ਼ ਦਿੰਦੀ ਆ। ਦ ਟਰੀਜ਼ ਹੈਲਪ ਮੈਨ ਇਨ ਡਿਫਰੈਂਟ ਵੇਜ਼, ਟਰੀਜ਼ ਆ ਜਿਹੜੇ ਕਿ ਮਨੁੱਖ ਦੀ ਹਰ ਅਲੱਗ ਵੇ ਦੇ ਵਿੱਚ ਹੈਲਪ ਕਰਦੇ ਨੇ। ਟਰੀਜ਼ ਆਰ ਆਵਰ ਫਰੈਂਡਸ, ਟਰੀਜ਼ ਸਾਡੇ ਫਰੈਂਡਸ ਨੇ। ਟਰੀਜ਼ ਆਰ ਯੂਜ਼ਡ ਇਨ ਮੈਨਸ ਲਾਈਫ ਫਰੋਮ ਬਰਥ ਟੂ ਡੈਥ, ਦਰਖਤ ਆ ਜਿਹੜੇ ਕਿ ਮਨੁੱਖ ਜਨਮ ਤੋਂ ਲੈ ਕੇ ਮੌਤ ਤੱਕ ਇਹਨੂੰ ਵਰਤਦਾ ਰਹਿੰਦਾ। ਟਰੀਜ਼ ਗਿਵ ਅਸ ਹੀਟ ਇਨ ਕੋਲਡ ਵਿੰਟਰ ਦੇ ਵਿੱਚ ਜਿਹੜੇ ਕਿ ਸਾਨੂੰ ਦਰਖਤ ਹੀਟ ਦਿੰਦੇ ਨੇ, ਐਂਡ ਸ਼ੇਡ ਇਨ ਦਾ ਸਮਰ, ਹੌਟ ਸਮਰ, ਤੇ ਛਾਂ ਦਿੰਦੇ ਨੇ ਸਾਨੂੰ ਸਮਰ ਸੀਜ਼ਨ ਦੇ ਵਿੱਚ, ਗਰਮੀਆਂ ਦੇ ਵਿੱਚ। ਟਰੀਜ਼ ਆਲਸੋ ਗਿਵ ਅਸ ਯੂਸੀ ਫਰੂਟਸ ਟੂ ਈਟ, ਜੂਸੀ ਫਰੂਟ ਦਿੰਦੇ ਨੇ ਖਾਣ ਦੇ ਲਈ। ਐਂਡ ਯੂਜ਼ ਟੂ ਕੁਐਂਚ ਥਰਸਟ, ਕੁਐਂਚ ਹੋ ਗਿਆ ਪਿਆਸ ਬੁਝਾਉਣ ਦੇ ਲਈ, ਪਿਆਸ ਬੁਝਾਉਣ ਦੇ ਲਈ ਜਿਹੜੀ ਕਿ ਸਾਨੂੰ ਯੂਜ਼ ਦਿੰਦੇ ਨੇ। ਵੋ ਯੂਜ਼ ਵੁੱਡਸ ਟੂ ਮੇਕ ਹੋਮ, ਅਸੀਂ ਹੋਮ ਘਰ ਬਣਾਉਣ ਦੇ ਲਈ ਯੂਜ਼ ਕਰਦੇ ਹਾਂ, ਫਰਨੀਚਰ ਬਣਾਉਣ ਦੇ ਲਈ, ਬੋਟਸ ਬਣਾਉਣ ਦੇ ਲਈ। ਕ੍ਰੈਡਲ ਹੋ ਗਿਆ ਪੰਘੂੜਾ। ਐਂਡ ਕੌਫੀਨ ਫੋਰ ਡੈਡ ਪਰਸਨ, ਜਿਹਦੇ ਵਿੱਚ ਡੈਡ ਪਰਸਨ ਨੂੰ ਰੱਖਿਆ ਜਾਂਦਾ ਉਹ ਹੁੰਦੀ ਹੈ ਕੌਫੀਨ, ਠੀਕ ਹੈ, ਲੱਕੜ ਦਾ ਜਿਹੜਾ ਬਣਿਆ ਵਾ ਹੁੰਦਾ। ਉਹਨਾਂ ਦੇ ਵਿੱਚ ਮਨੁੱਖ ਜਿਹੜੇ ਕਿ ਇਹਨੂੰ ਦਰਖਤ ਵੁੱਡ ਨੂੰ ਯੂਜ਼ ਕਰਦਾ। ਟਰੀਜ਼ ਆਲਸੋ ਟੀਚ ਅਸ ਦਾ ਵੈਲਿਊ ਆਫ ਕਾਈਂਡਨੈਸ, ਜਿਹੜੇ ਦਰਖਤ ਨੇ ਸਾਨੂੰ ਦਿਆਲਤਾ ਦੀ ਮਹੱਤਤਾ ਦੱਸਦੇ ਨੇ। ਐਂਡ ਬਿਊਟੀ ਦੀ, ਟਰੀਜ਼ ਅਪੀਲ ਮੈਨ ਨੋਟ ਟੂ ਹਾਰਮ ਦੈਮ, ਤੇ ਇਹ ਸਾਨੂੰ ਅਪੀਲ ਕਰਦੇ ਨੇ ਮਨੁੱਖਤਾ ਨੂੰ ਵੀ ਜਿਹੜੇ ਕਿ ਨੁਕਸਾਨ ਨਾ ਪਹੁੰਚਾਇਆ ਜਾਵੇ ਦਰਖਤਾਂ ਨੂੰ। ਅੱਗੇ ਹੈ ਔਨ ਫਰੈਂਡਸ਼ਿਪ ਪੋਇਮ ਇਜ਼ ਅ ਬਿਊਟੀਫੁਲ ਪੋਇਮ ਰਿਟਨ ਬਾਏ ਕਹਲੀਲ ਜਿਬਰਾਨ ਦੁਆਰਾ ਲਿਖੀ ਗਈ ਹੈ। ਦ ਪੋਇਟ ਟੈਲਸ ਦਾ ਵੈਲਿਊ ਆਫ ਫਰੈਂਡਸ ਇਨ ਆਵਰ ਲਾਈਫ, ਇੱਕ ਫਰੈਂਡ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਜਿਹੜੀ ਕਿ ਵੈਲਿਊ ਹੁੰਦੀ ਹੈ, ਕੀ ਮਹੱਤਤਾ ਹੁੰਦੀ ਹੈ, ਉਹ ਸਾਨੂੰ ਇਸ ਪੋਇਮ ਦੇ ਵਿੱਚ ਦੱਸਿਆ ਗਿਆ। ਅ ਟਰੂ ਫਰੈਂਡ ਇਜ਼ ਦਾ ਗੋਡ ਗਿਫਟ ਫੋਰ ਅਸ, ਇੱਕ ਚੰਗਾ ਫਰੈਂਡ ਸਾਡੇ ਲਈ ਗੋਡ ਗਿਫਟ ਹੁੰਦਾ। ਟਰੂ ਫਰੈਂਡ ਸਪੋਰਟਸ ਅਸ ਆਲ ਟਾਈਮ, ਤੇ ਟਰੂ ਫਰੈਂਡ ਆ ਜਿਹੜਾ ਕਿ ਇੱਕ ਸੱਚਾ ਦੋਸਤ ਸਾਨੂੰ ਹਮੇਸ਼ਾ ਸਪੋਰਟ ਕਰਦਾ। ਹੀ ਹੈਲਪ ਅਸ ਵੈਨ ਵੀ ਨੀਡ, ਜਦੋਂ ਸਾਨੂੰ ਜ਼ਰੂਰਤ ਹੁੰਦੀ ਉਹ ਸਾਡੀ ਹੈਲਪ ਕਰਦਾ। ਹੀ ਕੈਨ ਰੀਡ ਆਵਰ ਥੋਟਸ, ਜਦੋਂ ਸਾਡੇ ਵਿਚਾਰਾਂ ਨੂੰ ਰੀਡ ਕਰਦਾ। ਵੀ ਕੈਨ ਸ਼ੋਰ ਆਵਰ ਜੋਇਜ਼ ਐਂਡ ਸੋਰੋਜ਼, ਅਸੀਂ ਆਪਣੇ ਜਿਹੜੇ ਕਿ ਸੁੱਖ ਅਤੇ ਦੁੱਖ ਫਰੈਂਡ ਨਾਲ ਸਾਂਝੇ ਕਰ ਸਕਦੇ ਹਾਂ ਵਿਦ ਅ ਟਰੂ ਫਰੈਂਡ। ਅ ਟਰੂ ਫਰੈਂਡ ਗਾਈਡ ਅਸ ਫੋਰ ਰਾਈਟ ਐਂਡ ਰੋਂਗ,
ਤੇ ਇੱਕ ਚੰਗੇ ਤੇ ਮਾੜੇ ਦੇ ਲਈ ਸਾਨੂੰ ਇਹ ਗਾਈਡ ਕਰਦਾ, ਇੱਕ ਚੰਗਾ ਦੋਸਤ। ਵੈਨ ਆਵਰ ਫਰੈਂਡ ਇਜ਼ ਅਵੇ ਫਰੋਮ ਅਸ, ਜਦੋਂ ਸਾਡਾ ਫਰੈਂਡ ਸਾਡੇ ਤੋਂ ਦੂਰ ਹੋ ਜਾਂਦਾ, ਵੀ ਰਿਮੈਂਬਰ ਫੋਰ ਹਿਜ਼ ਬੈਸਟ ਕੁਆਲਿਟੀਜ਼, ਅਸੀਂ ਉਸਦੇ ਬੈਸਟ ਕੁਆਲਿਟੀਜ਼ ਜਿਹੜੀ ਕਿ ਉਹ ਯਾਦ ਕਰਦੇ ਹਾਂ। ਤੇ ਥਰਡ ਪੋਇਮ ਹੈਗੀ ਆਪਣੀ ਦ ਇਕੋਇੰਗ ਗ੍ਰੀਨ। ਦਿਸ ਇਜ਼ ਅ ਇੰਟਰਸਟਿੰਗ ਪੋਇਮ ਜਾਂ ਦਿਸ ਇਜ਼ ਅ ਬਿਊਟੀਫੁਲ ਪੋਇਮ। ਇਕੋਇੰਗ ਗ੍ਰੀਨ ਇਜ਼ ਰਿਟਨ ਬਾਏ ਵਿਲੀਅਮ ਬਲੇਕ, ਵਿਲੀਅਮ ਬਲੇਕ ਦੁਆਰਾ ਲਿਖੀ ਗਈ ਆ। ਇਟ ਗਿਵਜ਼ ਅ ਵੈਰੀ ਗੁੱਡ ਮੈਸੇਜ, ਠੀਕ ਹੈ। ਦਿਸ ਪੋਇਮ ਡੀਲਸ ਵਿਦ ਹਿਊਮਨ ਲਾਈਫ ਐਂਡ ਨੇਚਰ। ਇਹ ਪੋਇਮ ਮਨੁੱਖ ਤੇ ਕੁਦਰਤ ਦੇ ਨਾਲ ਜਿਹੜੀ ਕਿ ਡੀਲ ਕਰਦੀ ਆ। ਨੇਚਰ ਹੋ ਗਿਆ ਕੁਦਰਤ। ਵੀ ਫੋਰਗੇਟ ਅਵਰ ਵਰੀਜ਼ ਜਾਂ ਟੈਨਸ਼ਨ ਇਨ ਦਾ ਲੈਪ ਆਫ ਨੇਚਰ, ਅਸੀਂ ਜਿਹੜੀ ਕਿ ਕੁਦਰਤ ਦੀ ਗੋਦ ਦੇ ਵਿੱਚ ਸਾਰੇ ਦੁੱਖ ਭੁੱਲ ਜਾਂਦੇ ਹਾਂ। ਪੋਇਮ ਡਿਸਕ੍ਰਾਈਬ ਦ 3 ਸਟੇਜਸ ਆਫ ਲਾਈਫ, ਚਾਈਲਡਹੁੱਡ, ਓਲਡ ਏਜ ਐਂਡ ਡੈਥ। ਇਹ 3 ਜ਼ਿੰਦਗੀ ਦੀਆਂ ਸਟੇਜਾਂ ਇਸ ਪੋਇਮ ਦੇ ਵਿੱਚ ਦੱਸੀਆਂ ਗਈਆਂ ਨੇ। ਤੁਸੀਂ ਸਿੱਧਾ ਵੀ ਇਹਨੂੰ ਸ਼ਾਰਟ ਵੀ ਕਰ ਸਕਦੇ ਹੋ, ਸਿੱਧਾ ਹੀ ਤੁਸੀਂ ਡੀਲਸ ਵਿਦ ਇਹ ਲਾਈਨ ਕਰਨ ਤੋਂ ਬਾਅਦ ਇਹ ਲਾਈਨਾਂ ਛੱਡ ਕੇ ਸਿੱਧਾ ਹੀ ਵੀ ਜਿਹੜੀ 3 ਸਟੇਜ ਦੱਸੀਆਂ ਗਈਆਂ ਨੇ ਇਸ ਪੋਇਮ ਦੇ ਵਿੱਚ। ਫਸਟ ਸਟੇਜ ਇਜ਼ ਚਾਈਲਡਹੁੱਡ, ਸੈਕੰਡ stage is majority, the old is in the ground, members the old people in the ground remember their past। ਜਿਹੜੇ old ਬਜ਼ੁਰਗ ਲੋਕ ਨੇ ਉਹ ਗਰਾਊਂਡ ਦੇ ਵਿੱਚ ਬੈਠੇ ਆਪਣਾ ਪਾਸਟ ਯਾਦ ਕਰਦੇ ਨੇ। they feel themselves among playing children, ਉਹ ਆਪਣੇ ਆਪ ਨੂੰ ਬੱਚਿਆਂ ਦੇ ਵਿੱਚ ਖੇਡਦਾ ਮਹਿਸੂਸ ਕਰਦੇ ਨੇ। ਲਾਸਟ stage is the death, ਲਾਸਟ ਸਟੇਜ ਹੈ ਜਿਹੜੀ ਕਿ ਮੌਤ ਆ। ਇਟ ਸ਼ੋਜ਼ ਦਾ ਵੈਲਿਊ ਆਫ ਚਾਈਲਡਹੁੱਡ ਪਲੇਫੁਲਨੈਸ, ਇਹ ਸਾਨੂੰ ਜਿਹੜੀ ਕਿ ਬਚਪਨ ਦਾ ਜਿਹੜੀ ਪਲੇਫੁਲ ਹੁੰਦਾ, ਪਲੇਫੁਲ ਨੇਚਰ ਹੁੰਦਾ, ਉਹਨੂੰ ਜਿਹੜੀ ਕਿ ਇਸ ਪੋਇਮ ਦੇ ਵਿੱਚ ਦੱਸਿਆ ਗਿਆ। ਅੱਗੇ ਹੈ ਵਨਸ ਅਪੋਨ ਅ ਟਾਈਮ। ਤਾਂ ਇਹ ਵਨਸ ਅਪੋਨ ਅ ਟਾਈਮ ਇਜ਼ ਅ ਬਿਊਟੀਫੁਲ ਪੋਇਮ ਰਿਟਨ ਬਾਏ ਗੈਬਰੀਲ ਓਕਾਰਾ। it gives a very good message, it tells the artificial life of modern man। ਆਰਟੀਫਿਸ਼ੀਅਲ ਜਿਹੜੀ ਲਾਈਫ ਆ ਮਨੁੱਖ, ਮਾਡਰਨ ਮੈਨ ਦੀ, ਆਧੁਨਿਕ ਮਨੁੱਖ ਦੀ, ਉਸ ਪੋਇਮ ਇਸ ਪੋਇਮ ਦੇ ਵਿੱਚ ਉਹ ਦੱਸਿਆ ਗਿਆ। ਹੀ ਕੈਨ ਲਾਫ ਵਿਦਾਊਟ ਬੀਇੰਗ ਹੈਪੀ, ਜਿਹੜਾ ਆਧੁਨਿਕ ਮਨੁੱਖ ਹੈ ਉਹ ਬਿਨਾਂ ਖੁਸ਼ ਹੋਏ ਹੀ ਜਿਹੜੇ ਕਿ ਬਨਾਵਟੀ ਹੱਸਦਾ ਰਹਿੰਦਾ। ਦੇਅਰ ਆਰ ਨੋ ਫੀਲਿੰਗਸ ਆਫ ਲਵ ਐਂਡ ਸਿੰਸੀਅਰਟੀ ਇਨ ਦਾ ਹਾਰਟ, ਉਹਦੇ ਆਫ ਮਾਡਰਨ ਮੈਨ, ਮਾਡਰਨ ਮੈਨ ਦੇ ਹਾਰਟ, ਦਿਲ ਦੇ ਵਿੱਚ ਕੋਈ ਨਾ ਤਾਂ ਫੀਲਿੰਗਸ ਹੁੰਦੀਆਂ ਨੇ ਤੇ ਨਾ ਹੀ ਸਿੰਸੀਅਰਟੀ ਹੁੰਦੀ ਹੈ। ਹੀਜ਼ ਥੋਟ ਡੋਂਟ ਮੈਚ ਵਿਦ ਹਿਜ਼ ਐਕਸ਼ਨਸ, ਜੋ ਉਹਦੇ ਐਕਸ਼ਨ ਦੇ ਨਾਲ ਉਹਦੇ ਵਿਚਾਰ ਆ ਬਿਲਕੁਲ ਮੈਚ ਨਹੀਂ ਕਰਦੇ ਹੁੰਦੇ। ਇਨ ਦਾ ਪਾਸਟ ਮੈਨ ਵਰ ਟਰੂ ਐਂਡ ਫਰੈਂਡਲੀ, ਪਾਸਟ ਦੇ ਵਿੱਚ ਬੀਤ ਚੁੱਕੇ ਸਮੇਂ ਦੇ ਵਿੱਚ ਮਨੁੱਖ ਜਿਹੜੇ ਕਿ ਆਦਮੀ ਜਿਹੜੇ ਕਿ ਸੱਚੇ ਹੁੰਦੇ ਸੀ ਤੇ ਫਰੈਂਡਲੀ ਹੁੰਦੇ ਸੀ। ਬਟ ਮਾਡਰਨ ਮੈਨ ਇਜ਼ ਸ਼ੈਲਫਿਸ਼, ਬਟ ਅੱਜ ਦਾ ਮੈਨ ਹੈ ਜਿਹੜੇ ਕਿ ਸ਼ੈਲਫਿਸ਼ ਆ, ਸਵਾਰਥੀ ਹੈ ਐਂਡ ਕਨਿੰਗ ਹੈ। ਦਾ ਪੋਇਟ ਵਾਂਟਸ ਪਿਓਰਿਟੀ ਇਨ ਲਾਈਫ, ਤੇ ਕਵੀ ਹੈ ਜਿਹੜੀ ਜ਼ਿੰਦਗੀ ਦੇ ਵਿੱਚ ਸ਼ੁੱਧਤਾ ਚਾਹੁੰਦਾ। ਅਗਲੀ ਪੋਇਮ ਹੈ ਫਾਦਰ ਰਿਟਰਨਿੰਗ ਹੋਮ। ਫਾਦਰ ਰਿਟਰਨਿੰਗ ਪੋਇਮ ਜਿਹੜੀ ਕਿ 5th ਪੋਇਮ ਹੈ। ਸੋ ਇਸ ਦਾ ਸੈਂਟਰ ਆਈਡੀਆ, ਦਿਸ ਇਜ਼ ਇੰਟਰਸਟਿੰਗ ਪੋਇਮ, ਇਟ ਗਿਵ ਅਸ ਰਿਟਨ ਬਾਏ, ਪੋਇਮ ਦਾ ਨੇਮ ਫਾਦਰ ਰਿਟਰਨਿੰਗ ਹੋਮ ਇਜ਼ ਰਿਟਨ ਬਾਏ ਦਲੀਪ ਚਿੱਤਰੇ। ਇਟ ਗਿਵਜ਼ ਅ ਬਿਊਟੀਫੁਲ ਜਾਂ ਗੁੱਡ ਮੈਸੇਜ ਇਨ ਦ ਮਾਡਰਨ ਲਾਈਫ, ਅੱਜ ਦੀ ਮਾਡਰਨ ਲਾਈਫ ਦੇ ਵਿੱਚ ਮੈਨ ਇਜ਼ ਐਨ ਏਲੀਅਨ ਇਨ ਹਿਜ਼ ਓਨ ਲਾਈਫ, ਆਪਣੀ ਫੈਮਿਲੀ ਦੇ ਵਿੱਚ, ਆਪਣੀ ਲਾਈਫ ਦੇ ਵਿੱਚ ਹੀ ਮਨੁੱਖ ਆ ਜਿਹੜੇ ਕਿ ਏਲੀਅਨ ਹੈ। ਦਿਸ ਵਰਲਡ ਇਜ਼ ਫੁੱਲ ਆਫ ਹਰੀ ਐਂਡ ਵਰੀ, ਤੇ ਇਹ ਜਿਹੜੇ ਕਿ ਅੱਜ ਦਾ ਜਿਹੜਾ ਸੰਸਾਰ ਹੈ ਇਹ ਕਾਹਲਪਨ ਤੇ ਚਿੰਤਾ ਨਾਲ ਭਰਿਆ ਹੋਇਆ। ਨੋਬਡੀ ਹੈਜ਼ ਦਾ ਟਾਈਮ ਟੂ ਟੇਕ ਇੰਟਰਸਟ ਇਨ ਅਦਰਸ, ਕਿਸੇ ਮਨੁੱਖ ਕੋਲ ਕੋਈ ਟਾਈਮ ਨਹੀਂ ਹੈ ਕਿਸੇ ਕੋਲ ਵੀ ਕਿ ਦੂਜਿਆਂ ਦੇ ਜਿਹੜੇ ਇੰਟਰਸਟ, ਦੂਜਿਆਂ ਦੇ ਕੰਮਾਂ ਦੇ ਵਿੱਚ ਜਿਹੜੀ ਕਿ ਇੰਟਰਸਟ ਲੈ ਸਕੇ। ਤੇ ਦ ਸੀਨੀਅਰ ਸਿਟੀਜ਼ਨ ਆਰ ਨੈਗਲੈਕਟਡ ਲੋਟ ਇਨ ਸੁਸਾਇਟੀ, ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹ ਜਿਹੜੇ ਕਿ ਸੁਸਾਇਟੀ ਦੇ ਵਿੱਚ ਬਹੁਤ ਨੈਗਲੈਕਟ ਕੀਤੇ ਜਾਂਦੇ ਨੇ। ਓਲਡ ਪੀਪਲ ਫੀਲ ਲੋਨਲੀਨੈਸ, ਓਲਡ ਪੀਪਲ ਜਿਹੜੇ ਕਿ ਇਕੱਲਾਪਨ ਮਹਿਸੂਸ ਕਰਦੇ ਨੇ। ਚਿਲਡਰਨ ਡੋਂਟ ਹੈਵ ਟਾਈਮ ਫੋਰ ਦੇਅਰ ਪੇਰੈਂਟਸ, ਬੱਚਿਆਂ ਕੋਲ ਬਿਲਕੁਲ ਟਾਈਮ ਨਹੀਂ ਹੁੰਦਾ ਆਪਣੇ ਪੇਰੈਂਟਸ ਦੇ ਲਈ। ਸੋ ਦੇ ਫੀਲ ਰਿਲੀਫ ਇਨ ਦਾ ਵਰਲਡ ਆਫ ਦੇਅਰ ਪਾਸਟ ਔਰ ਡਰੀਮਸ, ਜਿਸ ਕਰਕੇ ਜਿਹੜੇ ਕਿ ਬਜ਼ੁਰਗ ਲੋਕ ਹੁੰਦੇ ਨੇ ਉਹ ਆਪਣਾ ਜਿਹੜੇ ਕਿ ਰਿਲੀਫ ਫੀਲ ਕਰਦੇ ਨੇ ਆਪਣੇ ਪਾਸਟ ਦੇ ਵਿੱਚ ਤੇ ਆਪਣੇ ਡਰੀਮਸ ਦੇ ਵਿੱਚ ਸੋਚ ਕੇ। ਤੇ ਇਹਦੇ ਵਿੱਚੋਂ ਵੀ ਤੁਸੀਂ ਲਾਈਨਾਂ ਜਿਹੜੇ ਕਿ ਜਿੰਨੀਆਂ ਤੁਹਾਨੂੰ ਲੱਗਦੀਆਂ ਨੇ ਜੇ ਯਾਦ ਹੁੰਦੀਆਂ ਨੇ ਉਨੀਆਂ ਠੀਕ ਨੇ, ਬਾਕੀ ਅਗਰ ਤੁਹਾਨੂੰ ਕੋਈ ਟਫ ਲਾਈਨ ਲੱਗਦਾ ਤੁਸੀਂ ਉਹਨਾਂ ਨੂੰ ਕੱਟ ਵੀ ਸਕਦੇ ਹੋ। ਵੈਸੇ ਬਹੁਤ ਹੀ ਈਜ਼ੀ ਵਰਡਿੰਗ ਹੈ ਇਹ ਤਾਂ। ਅੱਗੇ ਹੈ ਫਾਦਰ ਰਿਟਰਨਿੰਗ ਦਾ ਰੋਡ ਨਾਟ ਟੇਕ। ਫਾਦਰ ਰਿਟਰਨਿੰਗ ਹੋਮ ਤੋਂ ਬਾਅਦ ਦਾ ਰੋਡ ਨਾਟ ਟੇਕਨ, ਰੋਬਰਟ ਫੋਰੈਸਟ ਦੀ ਜਿਹੜੀ ਇਹ ਲਿਖੀ ਹੋਈ ਪੋਇਮ ਆ, ਇਹ ਵੀ ਬਹੁਤ ਇੰਪੋਰਟੈਂਟ ਆ। ਦਿਸ ਇਜ਼ ਅ ਬਿਊਟੀਫੁਲ ਪੋਇਮ, ਇਟ ਇਜ਼ ਰਿਟਨ ਬਾਏ ਰੋਬਰਟ ਫੋਰੈਸਟ। ਇਟ ਗਿਵਜ਼ ਅ ਵੈਰੀ ਗੁੱਡ ਮੈਸੇਜ, ਇੱਕ ਚੰਗਾ ਸੰਦੇਸ਼ ਦਿੰਦੀ ਹੈ ਪੋਇਮ। ਚੋਇਸ ਇਜ਼ ਵੈਰੀ ਇੰਪੋਰਟੈਂਟ ਇਨ ਆਵਰ ਲਾਈਫ, ਜੋ ਵੀ ਅਸੀਂ ਜ਼ਿੰਦਗੀ ਦੇ ਵਿੱਚ ਚੋਇਸ ਕਰਦੇ ਹਾਂ ਉਹ ਬਹੁਤ ਜ਼ਿਆਦਾ ਮਹੱਤਤਾ ਰੱਖਦੀ ਹੈ।
ਆਵਰ ਰਾਈਟ ਚੋਇਸ ਇਨ ਲਾਈਫ ਕੈਨ ਮੇਕ ਆਵਰ ਲਾਈਫ ਡਿਫਰੈਂਟ। ਇੱਕ ਚੰਗੀ ਚੋਇਸ ਸਾਡੀ ਜ਼ਿੰਦਗੀ ਦੇ ਵਿੱਚ ਬਣਾਈ ਹੋਈ ਸਾਡੀ ਜ਼ਿੰਦਗੀ ਨੂੰ ਅਲੱਗ ਬਣਾ ਦਿੰਦੀ ਆ। ਐਵਰੀਵਨ ਟਰਾਈਜ਼ ਟੂ ਫੋਲੋ ਦ ਬਿਟਨ ਪਾਥ ਇਨ ਲਾਈਫ। ਹਰ ਮਨੁੱਖ ਆ ਜਿਹੜੇ ਕਿ ਬਿਟਨ ਪਾਥ ਨੂੰ ਹੀ ਫੋਲੋ ਕਰਨ ਦੀ ਕੋਸ਼ਿਸ਼ ਕਰਦਾ। ਬਿਟਨ ਪਾਥ ਮੀਨਸ ਜੋ ਇੱਕ ਫੀਲਡ ਦੇ ਵਿੱਚ ਆਲਰੇਡੀ ਕਾਫੀ ਲੋਕ ਜਿਹੜੇ ਕਿ ਚੱਲੇ ਵੀ ਹੁੰਦੇ ਨੇ, ਉਸੇ ਫੀਲਡ ਨੂੰ ਲੋਕ ਆ ਜਿਹੜੇ ਕਿ ਪ੍ਰੈਫਰ ਕਰਦੇ ਨੇ ਜ਼ਿਆਦਾਤਰ। ਵੀ ਆਰ ਇਹ ਯਾਰ ਡਬਲ ਵਾਰ ਲਿਖਿਆ ਗਿਆ, ਇੱਕ ਵਾਰ ਆ। ਵੀ ਆਰ ਡਿਫਾਈਨ ਬਾਈ ਅਵਰ ਚੋਇਸ। ਅਸੀਂ ਆਪਣੀ ਜਿਹੜੀ ਚੋਇਸ ਬਣਾਉਂਦੇ ਹਾਂ ਜ਼ਿੰਦਗੀ ਦੇ ਵਿੱਚ, ਅਸੀਂ ਉਹਦੇ ਰਾਹੀਂ ਹੀ ਦਰਸਾਏ ਜਾਂਦੇ ਹਾਂ। ਓਨਲੀ ਆਰਡੀਨਰੀ ਪੀਪਲ ਫੋਲੋ ਦਾ ਬਿਟਨ ਪਾਥ। ਸਿਰਫ ਜਿਹੜੇ ਆਮ ਲੋਕ ਨੇ ਉਹੀ ਹੀ ਬਿਟਨ ਪਾਥ ਫੋਲੋ ਕਰਦੇ ਨੇ। ਜਿਹੜੀ ਗ੍ਰੇਟ ਹੁੰਦੇ ਨੇ, ਗ੍ਰੇਟ ਮੈਨ ਜਾਂ ਗ੍ਰੇਟ ਸੋਲਸ ਆਲਵੇਜ਼ ਪ੍ਰੈਫਰ ਟੂ ਨਿਊ ਪਾਥ। ਜਿਹੜੇ ਮਹਾਨ ਲੋਕ ਹੁੰਦੇ ਨੇ ਉਹ ਹਮੇਸ਼ਾ, ਜਾਂ ਐਕਸਟਰਾ ਆਰਡੀਨਰੀ ਵੀ ਲਿਖ ਸਕਦੇ ਹੋ ਤੁਸੀਂ, ਉਹ ਹਮੇਸ਼ਾ ਜਿਹੜੇ ਕਿ ਨਵੇਂ ਰਸਤੇ ਨੂੰ ਅਪਣਾਉਂਦੇ ਨੇ, ਲੈਸ ਬਿਟਨ ਪਾਥ ਨੂੰ ਅਪਣਾਉਂਦੇ ਨੇ, ਜਿਹਦੇ 'ਤੇ ਘੱਟ ਲੋਕ ਚੱਲੇ ਵੇ ਹੁੰਦੇ ਨੇ। ਅੱਗੇ ਹੈ ਔਨ ਹੀਜ਼ ਬਲਾਈਂਡਨੈਸ, ਜੌਨ ਮਿਲਟਨ ਦੀ ਆ। ਦਿਸ ਇਜ਼ ਅ ਇੰਟਰਸਟਿੰਗ ਪੋਇਮ ਜਾਂ ਦਿਸ ਇਜ਼ ਅ ਬਿਊਟੀਫੁਲ ਪੋਇਮ ਔਨ ਹੀਜ਼ ਬਲਾਈਂਡਨੈਸ ਰਿਟਨ ਬਾਏ ਜੌਨ ਮਿਲਟਨ। ਇਟ ਗਿਵ ਅਸ ਅ ਵੈਰੀ ਗੁੱਡ ਮੈਸੇਜ। ਗੋਡ ਇਜ਼ ਅ ਕ੍ਰੀਏਟਰ। ਗੋਡ ਹੈ ਜਿਹੜੇ ਕਿ ਸਾਰੀਆਂ ਚੀਜ਼ਾਂ ਦਾ ਸਿਰਜਕ ਹੈ। ਵੀ ਸ਼ੁੱਡ ਆਲਵੇਜ਼ ਬੀ ਆਪਟੀਮਿਸਟਿਕ ਇਨ ਲਾਈਫ। ਸਾਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਆਸ਼ਾਵਾਦੀ ਰਹਿਣਾ ਚਾਹੀਦਾ, ਆਪਟੀਮਿਸਟਿਕ ਹੋ ਕੇ ਆਸ਼ਾਵਾਦੀ। ਵੀ ਸ਼ੁੱਡ ਬੀ ਥੈਂਕਫੁਲ ਟੂ ਗੋਡ ਫੋਰ ਵਟ ਵੀ ਹੈਵ। ਜੋ ਵੀ ਸਾਡੇ ਕੋਲ ਹੈ ਉਹਦੇ ਲਈ ਸਾਨੂੰ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ। ਵੀ ਸ਼ੁੱਡ ਨੈਵਰ ਕੰਪਲੇਨ ਇਨ ਲਾਈਫ। ਸਾਨੂੰ ਜ਼ਿੰਦਗੀ 'ਚ ਕਦੇ ਸ਼ਿਕਾਇਤ ਨਹੀਂ ਕਰਨੀ ਚਾਹੀਦੀ। ਵੀ ਮਸਟ ਬੀ ਚੇਅਰਫੁਲ ਇਨ ਆਲ ਟਾਈਮ। ਸਾਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ੀ ਰਹਿਣਾ ਚਾਹੀਦਾ ਸਾਰੇ ਟਾਈਮ। ਮੈਨ ਸ਼ੁੱਡ ਹੈਵ ਕੰਪਲੀਟ ਫੇਥ ਇਨ ਗੋਡ। ਮਨੁੱਖ ਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਗੋਡ ਦੇ ਵਿੱਚ, ਪਰਮਾਤਮਾ ਪਰਮਾਤਮਾ 'ਚ। ਗੋਡ ਡਜ਼ ਨਾਟ ਵਾਂਟ ਐਨੀ ਰਿਟਰਨ ਫੋਰ ਦਾ ਗਿਫਟ ਦੈਟ ਹੀ ਹੈਜ਼ ਗਿਵਨ ਟੂ ਹਿਊਮਨ ਬੀਂਗਸ। ਅਤੇ ਮਨੁੱਖ ਕੋਈ ਵੀ ਜੋ ਸਾਨੂੰ ਜਿਹੜੇ ਕਿ ਮਨੁੱਖ ਨੂੰ ਪਰਮਾਤਮਾ ਜੋ ਗਿਫਟ ਦਿੰਦਾ, ਉਹਦੇ ਵਾਪਸ ਰਿਟਰਨ ਦੇ ਵਿੱਚ ਕੋਈ ਵੀ ਸਾਤੋਂ ਗਿਫਟ ਨਹੀਂ ਡਿਮਾਂਡ ਕਰਦਾ ਮਨੁੱਖਤਾ ਤੋਂ। ਦੋਜ਼ ਹੂ ਐਕਸੈਪਟ ਗੋਡਸ ਵਿਲ ਚੇਅਰਫੁਲੀ ਆਰ ਹੀਜ਼ ਬੈਸਟ ਸਰਵੈਂਟਸ। ਅਤੇ ਜੋ ਜਿਹੜੇ ਕਿ ਪਰਮਾਤਮਾ ਦੇ ਕੀਤੇ ਭਾਣੇ ਨੂੰ ਖੁਸ਼ੀ ਮੰਨਦੇ ਨੇ, ਉਹ ਪਰਮਾਤਮਾ ਦੇ ਇੱਕ ਚੰਗੇ ਜਿਹੜੇ ਕਿ ਸੇਵਕ ਨੇ। ਸੋ ਇਹ ਸੀ ਜਿਹੜੇ ਕਿ ਸੈਂਟਰ ਆਈਡੀ ਹੈ ਆਲ ਪੋਇਮਸ ਦੇ। ਆਈ ਹੋਪ ਤੁਹਾਨੂੰ ਹੁਣ ਸਾਰੇ ਸਮਝ ਲੱਗ ਗਏ ਹੋਣੇ, ਅਤੇ ਬਹੁਤ ਹੀ ਈਜ਼ੀ ਵਰਡਿੰਗ ਦੇ ਵਿੱਚ ਨੇ। ਤੁਸੀਂ ਇਹਨਾਂ ਦੇ ਵਿੱਚੋਂ ਵੀ ਲਾਈਨਾਂ, ਅਗਰ ਤੁਹਾਨੂੰ ਕੁਛ ਯਾਦ ਨਹੀਂ ਹੋ ਰਿਹਾ, ਤੁਸੀਂ ਲਾਈਨਾਂ ਕੱਟ ਕਰ ਸਕਦੇ ਹੋ। ਬਟ ਯਾਦ ਕੀ ਰੱਖਣਾ ਹੁੰਦਾ ਇੰਗਲਿਸ਼ ਦੇ ਵਿੱਚ ਕਿ ਸਪੈਲਿੰਗ ਮਿਸਟੇਕ ਨਾ ਹੋਣ। ਸਪੈਲਿੰਗ ਮਿਸਟੇਕ ਅਗਰ ਨਹੀਂ ਹੋਏ ਤਾਂ ਜੋ ਵੀ ਤੁਸੀਂ ਲਿਖਿਆ ਹੋਇਆ ਉਹਦੇ 'ਚੋਂ ਵੀ ਵਧੀਆ ਤੁਹਾਨੂੰ ਮਾਰਕਸ ਮਿਲ ਸਕਦੇ ਨੇ। ਅਤੇ ਇਹ ਜਿਹੜੇ ਕਿ 3 ਮਾਰਕਸ ਦਾ ਤੁਹਾਡਾ ਸੈਂਟਰ ਆਈਡੀ। ਥੈਂਕਸ।